ਦੱਸਿਆ ISIS ਨੇ 25 ਬੇਗੁਨਾਹ ਸਿੱਖ ਗੁਰੂ ਹਰਿਰਾਏ ਸਾਹਿਬ ਦੇ ਗੁਰਦੁਆਰੇ ਦੇ ਵਿੱਚ ਸ਼ਹੀਦ ਕਰ ਦਿੱਤੇ ਸੀਗੇ। ਉਸ ਵੇਲੇ ਘਣੀ ਦੀ ਸਰਕਾਰ ਸੀਗੀ। ਘਣੀ ਦੇ ਨਾਲ ਮੋਦੀ ਤੇ ਇੰਡੀਆ ਦਾ ਰਿਸ਼ਤਾ ਬਹੁਤ ਵਧੀਆ ਸੀਗਾ ਤੇ ਮੋਦੀ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਇਹਦੀ ਤਫਤੀਸ਼ NIA ਤੋਂ ਕਰਾਊਂਗਾ, ਪਰ ਲਫ਼ਜ਼ ਜ਼ਰੂਰ ਮੋਦੀ ਸਾਹਿਬ ਸਿੱਖਾਂ ਤੇ ਮੁਸਲਮਾਨਾਂ ਬਾਰੇ ਕਰਦੇ ਹੈ, ਪਰ ਉਸ ਤੋਂ ਬਾਅਦ ਐਕਸ਼ਨ ਨਹੀਂ ਹੋਇਆ ਹੈਗਾ। ਤੇ ਹੁਣ ਪਤਾ ਨਹੀਂ ਉਹ ਜਿਹੜੇ ISIS ਦੇ ਜਿਹੜੇ ਕਾਤਲ ਸੀਗੇ ਉਹਨਾਂ ਨੂੰ ਘਣੀ ਸਰਕਾਰ ਨੇ ਪਕੜ ਲਿਆ ਸੀਗਾ, ਪਰ ਹੁਣ ਮੈਨੂੰ ਨਹੀਂ ਪਤਾ ਕਿ ਹੁਣ ਕੀ ਹੋਇਆ, ਕਿਉਂ ਕਰਕੇ ਕਾਬਲ ਦੀ ਸਰਕਾਰ ਨੇ ਐਕਸ਼ਨ ਕੋਈ ਨਹੀਂ ਲਿਆ। ਤੇ ਇਹ ਜਿਹੜੀ ਦੁਰਘਟਨਾ ਤੁਸੀਂ ਦੱਸਦੇ ਹੋ ਇਹ ਹੋਈ ਹੈ। ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਸਾਡੀ ਅਲੱਗਾ ਸਟੇਟ ਹੋਵੇ, ਜਿੱਥੇ ਜਿੱਥੇ ਸਾਡੇ ਉੱਤੇ ਹਮਲੇ ਹੁੰਦੇ ਹੈ ਸਾਡੀਆਂ ਜਿਹੜੀਆਂ ਸਪੈਸ਼ਲ ਫੋਰਸਿਸ ਹੈਗੀਆਂ ਉੱਥੇ ਜਾ ਕੇ ਐਕਸ਼ਨ ਕਰ ਸਕਦੀਆਂ ਹੈਗੀਆਂ। ਜਿਵੇਂ ਇਰਾਕ ਦੇ ਵਿੱਚ ਵੀ 2018 ਦੇ ਵਿੱਚ ISIS ਨੇ ਸਾਡੇ 38 ਪੰਜਾਬੀ ਤੇ ਸਿੱਖ ਮਾਰ ਦਿੱਤੇ ਸੀਗੇ ਤੇ ਇੰਡੀਅਨ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ। ਜੇ ਇੰਡੀਅਨ ਸਰਕਾਰ ਸਿੱਖਾਂ ਨੂੰ ਚਾਹੁੰਦੀ ਹੈ ਤਾਂ ਮੈਂ ਸਮਝਦਾ ਹਾਂ ਕਿ ਇੱਕ ਸਪੈਸ਼ਲ ਫੋਰਸਿਸ ਦਾ ਦਸਤਾ ਇੱਕਦਮ ਭੇਜਿਆ ਜਾਵੇ ਤੇ ਜਿਨ੍ਹਾਂ ਨੇ ਇਹੋ ਜਿਹੇ ਮਾੜੇ ਕੰਮ ਕੀਤੇ ਹੈ ਉਹਨਾਂ ਨੂੰ ਚੈਲੰਜ ਕਰਕੇ ਫੜਿਆ ਜਾਵੇ। ਬੜੀ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਹੈ ਅਫਗਾਨਿਸਤਾਨ ਦੇ ਸਮੇਂ ਦੇ ਮੁਤਾਬਕ ਸਵੇਰ 7 ਵਜੇ ਕੁਝ ਲੋਕ ਗੁਰਦੁਆਰਾ ਸਾਹਿਬ ਦੇ ਗੇਟ ਤੇ ਆਏ ਹੈ ਔਰ ਉਹਨਾਂ ਨੇ ਬੰਬ ਦੇ ਨਾਲ ਗੁਰਦੁਆਰਾ ਸਾਹਿਬ ਦਾ ਜਿਹੜਾ ਗੇਟ ਹੈ ਉਹਨੂੰ ਤੋੜਿਆ ਤੇ ਫਿਰ ਅੰਦਰ ਚਲੇ ਗਏ ਔਰ ਅੰਦਰ ਜਾ ਕੇ ਉਹਨਾਂ ਨੇ ਕੀ ਨੁਕਸਾਨ ਕੀਤਾ ਹੈ ਕੀ ਨਹੀਂ ਕੀਤਾ ਅਜੇ ਤੱਕ ਇਸ ਦੀ ਜਾਣਕਾਰੀ ਜਿਹੜੀ ਨਹੀਂ ਮਿਲੀ ਹੈ। ਇੰਨਾ ਕੀ ਪਤਾ ਲੱਗਿਆ ਕਿ ਇੱਕ ਸਿੱਖ ਜਿਹੜਾ ਹੈ ਉਹ ਜ਼ਖਮੀ ਹੋਇਆ, ਜਿਹਨੂੰ ਹਸਪਤਾਲ ਜਿਹੜਾ ਹੈ ਉਹ ਲਿਜਾਇਆ ਗਿਆ ਤੇ ਹੁਣ ਬਾਹਰੋਂ ਮੇਰੇ ਖਿਆਲ ਤਾਲਿਬਾਨ ਦੀ ਜਿਹੜੀ ਫੌਜ ਹੈ ਉਹ ਉਹਨਾਂ ਦੇ ਨਾਲ ਲੜ ਰਹੀ ਹੈ, ਜਿਹੜੀ ਜਾਣਕਾਰੀ ਹੁਣ ਲੇਟੈਸਟ ਸਾਨੂੰ ਪ੍ਰਾਪਤ ਹੋਈ ਹੈ। ਕੁਝ ਵੀ ਹੋਵੇ, ਗੁਰਦੁਆਰਾ ਸਾਹਿਬ ਦੇ ਉੱਤੇ ਹਮਲਾ ਕਰਨਾ, ਮਿਨੋਰਟੀ ਨੂੰ ਨਿਸ਼ਾਨਾ ਬਣਾਉਣਾ, ਇਹ ਵਿਸ਼ਵ ਦੇ ਵਿੱਚ ਬਹੁਤ ਹੀ ਮੰਦਭਾਗਾ ਵਰਤਾਰਾ ਹੈ। ਕਿਸੇ ਵੀ ਕੰਟਰੀ ਦੇ ਵਿੱਚ ਹੋਵੇ, ਚਾਹੇ ਭਾਰਤ ਦੇ ਵਿੱਚ ਹੋਵੇ, ਪਾਕਿਸਤਾਨ ਦੇ ਵਿੱਚ ਹੋਵੇ, ਅਫਗਾਨਿਸਤਾਨ ਦੇ ਵਿੱਚ ਹੋਵੇ ਜਾਂ ਦੁਨੀਆ ਦੇ ਕਿਸੇ ਹੋਰ ਮੁਲਕ ਦੇ ਵਿੱਚ ਹੋਵੇ, ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾਣਾ ਆਪਣੀ ਗੰਦੀ ਰਾਜਨੀਤੀ ਲਈ, ਇਹ ਮੈਂ ਸਮਝਦਾ ਬਹੁਤ ਹੀ ਜ਼ਿਆਦਾ ਮੰਦਭਾਗੀ ਗੱਲ ਹੈ। ਦੁਨੀਆ ਦੀਆਂ ਸਰਕਾਰਾਂ ਨੂੰ ਇਸ ਮਸਲੇ ਦੇ ਉੱਤੇ ਇਕੱਠੇ ਹੋ ਕੇ ਸੋਚਣ ਦੀ ਲੋੜ ਹੈ। ਰਾਜਨੀਤੀ ਕਰੋ, ਲੇਕਿਨ ਰਾਜਨੀਤੀ ਦੇ ਨਾਮ ਦੇ ਉੱਤੇ, ਨਸਲ ਦੇ ਆਧਾਰ ਦੇ ਉੱਤੇ, ਜਾਤ ਦੇ ਆਧਾਰ ਦੇ ਉੱਤੇ, ਘੱਟ ਗਿਣਤੀ ਦੇ ਆਧਾਰ ਦੇ ਉੱਤੇ ਕਿਸੇ ਨੂੰ ਨਿਸ਼ਾਨਾ ਬਣਾਉਣਾ, ਕਿਸੇ ਦੇ ਧਾਰਮਿਕ ਸਥਾਨਾਂ ਦੇ ਉੱਤੇ ਅਟੈਕ ਕਰਨੇ, ਇਹ ਸੰਸਾਰ ਨੂੰ ਜਿਹੜਾ ਹੈ ਉਹ ਗਲਤ ਦਿਸ਼ਾ ਦੇ ਵਿੱਚ ਲੈ ਕੇ ਜਾਏਗਾ। ਇਸ ਤੋਂ ਬਚਣ ਦੀ ਜ਼ਰੂਰਤ ਹੈ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਅਫਗਾਨਿਸਤਾਨ ਦੇ ਸਿੱਖ ਜਿਹੜੇ ਆ ਉਹ ਮਹਿਫੂਜ਼ ਰਹਿਣ, ਮਹਿਫੂਜ਼ ਹੋਣ ਤੇ ਮੈਂ ਭਾਰਤ ਸਰਕਾਰ ਨੂੰ ਵੀ ਇਹ ਕਹਾਂਗਾ ਕਿ ਜਲਦੀ ਤੋਂ ਜਲਦੀ ਉੱਥੋਂ ਦੀ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਉੱਥੋਂ ਦੇ ਸਿੱਖਾਂ ਨੂੰ ਜਿਹੜਾ ਹੈ ਉਹ ਸੁਰੱਖਿਅਤ ਕੱਢਣ ਦੇ ਜਿਹੜੇ ਪੁਖਤਾ ਪ੍ਰਬੰਧ ਕੀਤੇ ਜਾਣੇ ਚਾਹੀਦੇ ਨੇ। ਔਰ ਬਾਹਰਲੀਆਂ ਕੰਟਰੀਆਂ ਦੇ ਵਿੱਚ ਰਹਿੰਦੀ ਸਿੱਖਾਂ ਨੂੰ ਔਰ ਸਿੱਖ ਸੰਸਥਾਵਾਂ ਨੂੰ ਵੀ ਮੈਂ ਕਹੂੰਗਾ ਕਿ ਆਪਣੇ ਆਪਣੇ ਮੁਲਕਾਂ ਦੀਆਂ ਸਰਕਾਰਾਂ ਦੇ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਸਿੱਖਾਂ ਨੂੰ ਜਿਹੜਾ ਹੈ ਉੱਥੋਂ ਆਪਾਂ ਕੱਢਣ ਦਾ ਜਿਹੜਾ ਯਤਨ ਕਰੀਏ ਤੇ ਇਸ ਤਰ੍ਹਾਂ ਦਾ ਯਤਨ ਵੀ ਕਰੀਏ ਕਿ ਸਾਡੇ ਉੱਥੇ ਗੁਰਦੁਆਰਾ ਸਾਹਿਬਾਨ ਜਿਹੜੇ ਨੇ ਉਹ ਮੌਜੂਦ ਰਹਿਣ, ਉਹ ਨਿਸ਼ਾਨ ਸਾਡੇ ਜਿਹੜੇ ਨੇ, ਕਿਉਂਕਿ ਇਤਿਹਾਸਕ ਗੁਰਦੁਆਰੇ ਅਫਗਾਨਿਸਤਾਨ ਦੇ ਅੰਦਰ, ਸਾਡੇ ਅਫਗਾਨਿਸਤਾਨ ਦੇ ਅੰਦਰ ਇਤਿਹਾਸਕ ਗੁਰਦੁਆਰਿਆਂ ਦੇ ਨਿਸ਼ਾਨ ਜਿਹੜੇ ਆ ਉਹ ਵੀ ਕਾਇਮ ਰਹਿਣ। ਇਹ ਸਾਰੀਆਂ ਸਾਡੀਆਂ ਸਿੱਖ ਸੰਸਥਾਵਾਂ ਨੂੰ ਸੋਚ ਕੇ, ਬੈਠ ਕੇ, ਵਿਚਾਰ ਕੇ ਆਪੋ ਆਪਣੀਆਂ ਸਰਕਾਰਾਂ ਦੇ ਰਾਹੀਂ ਇਹਦੀ ਪੁਖਤਾ ਹੱਲ ਕੱਢਣ ਦੀ ਬਹੁਤ ਵੱਡੀ ਜ਼ਰੂਰਤ ਹੈ। ਬਹੁਤ ਹੀ ਮੰਦਭਾਗੀ ਖਬਰ ਜਿਹੜੀ ਹੈ ਅਫਗਾਨਿਸਤਾਨ ਦੇ ਉੱਤੇ ਗੁਰਦੁਆਰੇ ਦੇ ਹਮਲੇ ਦੀ ਅੱਜ ਸੁਣਨ ਨੂੰ ਮਿਲੀ ਹੈ। ਬੜਾ ਦੁਨੀਆ ਭਰ ਦਾ ਸਿੱਖ ਜਿਹੜਾ ਹੈ ਇਸ ਅਟੈਕ ਕਾਰਨ ਦੁਖੀ ਹੈ। ਹੁਣੇ ਬਹੁਤ ਹੀ ਦੁਖਦਾਈ ਖਬਰ ਮਿਲੀ ਅਫਗਾਨਿਸਤਾਨ ਦੇ ਘਰ ਤੇ ਪ੍ਰਵਾਨ ਗੁਰਦੁਆਰਾ ਜੋ ਕਾਬੁਲ ਅੰਦਰ, ਉਸ ਤੇ ਹਮਲਾ ਕਰਤਾ ਦਹਿਸ਼ਤਗਰਦਾਂ ਨੇ। ਬਹੁਤ ਸਾਰੇ ਦਹਿਸ਼ਤਗਰਦ ਗੁਰਦੁਆਰਾ ਸਾਹਿਬ ਦੇ ਅੰਦਰ ਵੜ ਗਏ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸੀ, ਕੁਝ ਯਾਤਰੂ ਵੀ ਸੀ ਉਸ ਦੇ ਨਾਲ ਅੰਦਰ। 10 ਦੇ ਆਸ-ਪਾਸ ਲੋਕ ਦੱਸੇ ਜਾ ਰਹੇ ਨੇ। ਗੁਰੂ ਘਰ ਦੇ ਅੰਦਰ ਬਹੁਤ ਬੰਬ ਬਲਾਸਟ ਕੀਤੇ ਗਏ ਨੇ, ਗੁਰੂ ਘਰ ਨੂੰ ਅੱਗ ਲਗਾ ਦਿੱਤੀ ਗਈ ਆ ਔਰ ਇਸ ਵੇਲੇ ਨਿਰੰਤਰ ਉੱਥੇ ਗੋਲੀਆਂ ਚੱਲ ਰਹੀਆਂ ਨੇ। ਮੇਰੀ ਹੁਣ ਵੀ ਉਹਨਾਂ ਦੇ ਪ੍ਰਧਾਨ ਸਾਹਿਬ ਨਾਲ ਗੱਲ ਹੋਈ, ਮੈਂ ਨਿਰੰਤਰ ਸਵੇਰ ਦਾ ਉਹਨਾਂ ਦੇ ਸੰਪਰਕ 'ਚ ਹਾਂ। ਆਪਾਂ ਸਾਰੇ ਮਿਲ ਕੇ ਅਰਦਾਸ ਕਰੀਏ ਕਿ ਜੋ ਸਰੀਰ ਗੁਰੂ ਘਰ ਦੇ ਅੰਦਰ ਨੇ ਔਰ ਗੁਰੂ ਘਰ ਦਾ ਨੁਕਸਾਨ ਨਾ ਹੋਵੇ।
ਸਾਰੀਆਂ ਜਾਨਾਂ ਬਚ ਜਾਣ, ਗੁਰੂ ਘਰ ਦਾ ਹਮਲਾ ਜਿਹੜਾ ਦਹਿਸ਼ਤਗਰਦਾਂ ਨੇ ਕੀਤਾ ਉਹਨਾਂ ਤੋਂ ਗੁਰੂ ਘਰ ਛੁਡਾਇਆ ਜਾ ਸਕੇ। ਆਪਾਂ ਸਾਰੇ ਮਿਲ ਕੇ ਅਰਦਾਸ ਕਰੀਏ। ਬੜੇ ਦੁੱਖ ਦੀ ਘੜੀ ਹੈ ਇਸ ਵੇਲੇ ਅਫਗਾਨਿਸਤਾਨ ਦੇ ਸਿੱਖਾਂ ਦੇ ਉੱਤੇ। ਦੁਨੀਆ ਭਰ ਦੇ ਸਿੱਖਾਂ ਨੂੰ ਬੇਨਤੀ ਕਰਦਾ ਮਿਲ ਕੇ ਅਰਦਾਸ ਕਰੀਏ ਔਰ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ, ਉਹਨਾਂ ਦੀ ਜਾਨ ਸੁਰੱਖਿਅਤ ਰਹੇ, ਇਹਦੇ ਵਾਸਤੇ ਗੁਰੂ ਚਰਨਾਂ ਦੇ ਅੰਦਰ ਬੇਨਤੀ ਜੋਦਰੀ ਅਰਦਾਸ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਵੇਰੇ ਕਾਬਲ ਦੇ ਪਵਿੱਤਰ ਗੁਰਦੁਆਰਾ ਸਾਹਿਬ ਵਿਖੇ ਕੁਝ ਦਹਿਸ਼ਤਗਰਦਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਵੜ ਕੇ ਉੱਥੇ ਜਿੰਨੇ ਵੀ ਸਾਡੀ ਸੰਗਤ ਦੇ ਰੂਪ ਦੇ ਵਿੱਚ ਬੈਠੀ ਸੀ ਸੰਗਤ, ਉਹ ਗੋਲੀਆਂ ਦੇ ਨਾਲ ਸਾਰਿਆਂ ਨੂੰ ਸ਼ਹੀਦ ਕਰ ਦਿੱਤਾ। ਔਰ ਇਸ ਘਟਨਾ ਦੇ ਨਾਲ ਸਿੱਖਾਂ ਦੇ ਜਿਹੜੇ ਹਿਰਦੇ ਆ ਉਹ ਸਾਰੇ ਬਲੂੰਦੜ ਗਏ, ਕਿਉਂਕਿ ਬਹੁਤ ਦਰਦਨਾਕ ਘਟਨਾ ਦੂਜੀ ਵਾਰੀ ਇਹ ਘਟ ਗਈ ਆ। ਔਰ ਇਸ ਘਟਨਾ ਦੇ ਨਾਲ ਸਿੱਖ ਪੰਥ ਨੂੰ ਵੀ ਤੇ ਸਿੱਖਾਂ ਨੂੰ ਸੋਚਣਾ ਵੀ ਪੈ ਰਿਹਾ ਕਿ ਹੁਣ ਉਸ ਧਰਤੀ ਤੇ ਉਹਨੇ ਰਹਿਣਾ ਵੀ, ਬਸਣਾ ਵੀ ਆ ਕਿ ਨਹੀਂ ਬਸਣਾ। ਪਰ ਗੁਰੂ ਸਾਡੇ ਜਿਹੜੇ ਗੁਰਦੁਆਰਾ ਸਾਹਿਬਾਨ ਆ ਉਸ ਧਰਤੀ ਤੇ ਸੁਸ਼ੋਭਿਤ ਰਹਿਣੇ ਆ। ਇਹ ਮੈਂ ਪਿਛਲੇ ਦਿਨੀ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਫਦ ਮਿਨੋਰਟੀ ਕਮਿਸ਼ਨ ਜਿਹੜਾ ਸਾਡਾ ਇੰਡੀਆ ਦਾ ਲਾਲਪੁਰਾ ਸਾਹਿਬ ਉਹਨੂੰ ਮਿਲਿਆ ਸੀ। ਉਹਦੇ ਵਿੱਚ ਅਸੀਂ ਇਹ ਚੇਚੇ ਤੌਰ ਤੇ ਇੱਕ ਮੰਗ ਰੱਖੀ ਸੀ ਕਿ ਜਿਹੜੀਆਂ ਘੱਟ ਗਿਣਤੀਆਂ ਦੇ ਵਿੱਚ ਚੇਚੇ ਤੌਰ ਤੇ ਸਿੱਖ ਪਾਕਿਸਤਾਨ ਜਾਂ ਅਫਗਾਨਿਸਤਾਨ ਦੇ ਵਿੱਚ ਰਹਿ ਗਏ ਆ, ਉਹਨਾਂ ਦੀ ਜਾਂ ਤਾਂ ਸੁਰੱਖਿਆ ਯਕੀਨੀ ਬਣਾਈ ਜਾਵੇ ਜਾਂ ਉਹਨਾਂ ਨੂੰ ਇੱਥੇ ਸੱਦ ਕੇ ਫਿਰ ਆਪ ਹੀ ਸਿੱਖ ਪੰਥ ਉਹਨਾਂ ਦੀ ਦੇਖਭਾਲ ਕਰ ਲਊਗਾ, ਉਹਨਾਂ ਲਈ ਆਉਣ ਦਾ ਇੱਥੇ ਜਿਹੜਾ ਰਾਹ ਪੱਧਰਾ ਕੀਤਾ ਜਾਵੇ। ਪਰ ਮੈਨੂੰ ਅਫਸੋਸ ਆ ਕਿ ਇਹ ਸਾਡੀਆਂ ਮੰਗਾਂ ਤੱਕ ਹੀ ਸੀਮਿਤ ਰਹਿ ਜਾਂਦੀਆਂ, ਇਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ। ਔਰ ਅੱਜ ਜੋ ਕੁਝ ਹੋਇਆ ਉਹ ਮੈਂ ਸਮਝਦਾ ਉਹ ਸਾਡੀ ਪਿਛਲੇ ਦਿਨਾਂ ਦੀ ਰੀਤੀ ਪ੍ਰੈਜੈਂਟੇਸ਼ਨ ਜੇ ਉਹ 'ਤੇ ਕਾਰ ਸ਼ੁਰੂ ਹੋ ਜਾਂਦਾ ਤਾਂ ਸ਼ਾਇਦ ਅੱਜ ਇਹ ਘਟਨਾ ਇੱਦਾਂ ਦੀ ਨਾ ਵਾਪਰਦੀ। ਅਤੇ ਮੈਂ ਮੁਸਲਮਾਨ ਭਾਈਚਾਰੇ ਨੂੰ ਵੀ ਕਹਿਣਾ ਚਾਹੁੰਦਾ ਕਿ ਇਹੋ ਜਿਹੀਆਂ ਘਟਨਾ ਜਿਹੜੀਆਂ ਉਹਦੇ ਨਾਲ ਭਾਈਚਾਰਕ ਸਾਂਝ ਵੀ ਟੁੱਟਦੀ ਆ ਅਤੇ ਮਨੁੱਖਤਾ ਦੇ ਦਰ ਦੇ ਉੱਤੇ ਪਵਿੱਤਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਆ, ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹੋ ਜਿਹੀਆਂ ਘਟਨਾ ਜਿਹੜੀਆਂ ਉਹ ਕਰਨੀਆਂ ਉਹ ਮਨੁੱਖਤਾ ਲਈ ਵੀ ਅਤੇ ਇਹਨਾਂ ਲਈ ਵੀ ਕਿਸੇ ਵੇਲੇ ਦਰਦਨਾਕ ਸਾਬਤ ਹੋਣਗੀਆਂ। ਸੋ ਮੈਂ ਪੁਰਜੋੜ ਨਿਖੇਧੀ ਨਹੀਂ ਕਰਦਾ, ਸੈਂਟਰ ਦੀ ਸਰਕਾਰ ਤੋਂ ਵੀ ਮੰਗ ਕਰਦਾ ਕਿ ਹਾਲੇ ਵੀ ਜਾਗ ਜਾਓ, ਉੱਥੇ ਜਿਹੜੇ ਸਿੱਖ ਆ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਓ। ਜੇ ਕਿੰਨੀ ਬਣਨੀ ਹੁਣ ਮੇਰਾ ਖਿਆਲ ਕੋਈ ਲੱਗਿਆ ਕੋਈ ਨਿਫਲ ਹੀ ਹੋਣੀ ਆ, ਪਰ ਉਹਨਾਂ ਸਾਰਿਆਂ ਨੂੰ ਇੱਥੇ ਸੱਦ ਕੇ ਉਹਨਾਂ ਦਾ ਰਹਿਣ ਬਸੇਰਾ ਜਿਹੜਾ ਇੱਥੇ ਇਸ ਧਰਤੀ ਤੇ ਕੀਤਾ ਜਾਵੇ। ਇਹੋ ਹੀ ਮੇਰੀ ਪੰਜਾਬ ਸਰਕਾਰ ਜਿਹੜੀ ਸੈਂਟਰ ਦੀ ਸਰਕਾਰ ਤੋਂ ਅੱਜ ਦੀ ਮੰਗ। ਬਹੁਤ ਮਾੜੀ ਘਟਨਾ ਵਾਪਰੀ ਹੈ ਅਫਗਾਨਿਸਤਾਨ ਦੇ ਵਿਖੇ ਗੁਰੂ ਘਰ ਦੇ ਉੱਤੇ, ਗੁਰਦੁਆਰੇ ਦੇ ਉੱਤੇ ਅੱਤਵਾਦੀਆਂ ਨੇ ਅਟੈਕ ਕੀਤਾ ਆ ਔਰ ਜਾਨੀ ਨੁਕਸਾਨ ਵੀ ਉੱਥੇ ਹੋਇਆ ਜਿਹਦੀ ਅਜੇ ਤੱਕ ਜਾਣਕਾਰੀ ਨਹੀਂ ਮਿਲ ਸਕੀ। ਬਹੁਤ ਨਿਖੇਧੀ ਵਾਲੀ ਗੱਲ ਹੈ, ਬਹੁਤ ਨਿੰਦਣਯੋਗ ਗੱਲ ਹੈ। ਉਹ ਗੁਰੂ ਘਰ ਜਿੱਥੇ ਲੋਕ ਆਸ ਉਮੀਦ ਦੇ ਨਾਲ ਇੱਕ ਸੈਕੂਲਰ ਸੋਚ ਦੇ ਨਾਲ ਆਉਂਦੇ ਨੇ ਔਰ ਸੈਕੂਲਰ ਸੋਚ ਨੂੰ ਵਿਸਥਾਰ ਨੂੰ ਸਿੱਖਿਆ ਨੂੰ ਉੱਥੋਂ ਵਧਾਇਆ ਜਾਂਦਾ ਹੈ। ਪਰ ਬੜੀ ਮੰਦਭਾਗੀ ਗੱਲ ਹੈ। ਮੈਂ ਪ੍ਰਾਈਮ ਮਿਨਿਸਟਰ ਤੋਂ ਮੰਗ ਕਰਦਾ ਹਾਂ ਕਿ ਤੁਰੰਤ ਸਰਕਾਰ ਦੇ ਨਾਲ ਉੱਥੋਂ ਦੀ ਨਾਲ ਗੱਲਬਾਤ ਕਰਕੇ ਜਿਹੜੀ ਇਸ ਘਟਨਾ ਦੀ ਜਾਣਕਾਰੀ ਲਈ ਜਾਵੇ ਔਰ ਜਿਹੜੇ ਉੱਥੇ ਸਿੱਖ ਭਾਈਚਾਰਾ ਜਿਹੜਾ ਬਚਿਆ ਆ ਉਹਨਾਂ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਔਰ ਜਿਹੜੀਆਂ ਵੀ ਘੱਟ ਗਿਣਤੀਆਂ ਦੇ ਉੱਤੇ ਕੋਈ ਤਸ਼ੱਦਦ ਹੋ ਰਿਹਾ ਉਹਨਾਂ ਦੀ ਜਾਨ ਮਾਲ ਦੀ ਰਾਖੀ ਪ੍ਰਾਈਮ ਮਿਨਿਸਟਰ ਸਾਹਿਬ ਉਸੇ ਵੇਲੇ ਗੱਲ ਕਰਕੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮੁੱਦਾ ਲੈ ਕੇ ਜਾਣ। ਅੱਗੇ ਵੀ ਪਹਿਲਾਂ ਵੀ ਇੱਥੇ ਗੁਰੂ ਘਰਾਂ ਦੇ ਉੱਤੇ ਅਟੈਕ ਹੋਏ ਨੇ, ਬਹੁਤ ਜਿਹੜੇ ਨਿਹੱਥੇ ਸਿੱਖ ਨੇ, ਬਹੁਤ ਜਿਹੜੇ ਉੱਥੇ ਕੰਮਕਾਜ ਕਰਦੇ ਸਿੱਖ ਨੇ, ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਬਹੁਤ ਦੁਖਦਾਈ ਘਟਨਾ ਜਿਹੜੀ ਹੈ ਅੱਜ ਵਾਪਰੀ ਹੈ।